ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਮੈਂ ਨਾਹੀ ਕਛ ਹੋ ਨਹੀਂ, ਕਛ ਆਹੇ ਨਾ ਮੋਰਾ। ਅਵਸਰ ਲਜਾ ਰਾਖ ਲਿਓ, ਸਦਨਾ ਜਨ ਤੋਰਾ। ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾੜ, ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ, ਹਰ ਦਰਗਹ ਕਾ ਵਸੀਠ। ਹਰ ਨਾਮੋ ਮੰਤਰ ਦਰਣਾਏ ਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਤੁਰੇ ਪਿਆ ਸੰਜੋਗ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਬਿਰਾਜਮਾਨ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਬੜੇ ਹੀ ਵੱਡੇ ਭਾਗਾਂ ਵਾਲੇ ਹਾਂ। ਚੰਗੇ ਕਰਮ ਕੀਤੇ ਨੇ ਆਪਾਂ ਸਾਰਿਆਂ ਨੇ।
ਜਿਹੜਾ ਕਿ ਸਾਨੂੰ ਇਸ ਜਨਮ ਦੇ ਅੰਦਰ ਕਲਯੁਗ ਦੇ ਅੰਦਰ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਲਯੁਗ ਦੇ ਅੰਦਰ ਸਤਸੰਗਤ ਕਰਕੇ ਨਾਮ ਜਪ ਕੇ ਸਤਿਗੁਰਾਂ ਜੀ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਮਨੁੱਖਾ ਜਨਮ ਨੂੰ ਸਵਾਰਨ ਦਾ ਸਮਾਂ ਮਿਲਿਆ ਹੈ ਸਾਧ ਸੰਗਤ ਜੀ। ਕਿਉਂਕਿ ਇਹ ਸਮਾਂ ਇਹ ਸਾਨੂੰ ਬਾਰ-ਬਾਰ ਨਹੀਂ ਮਿਲਣਾ, ਇਹ ਸਾਨੂੰ ਇੱਕ ਵਾਰੀ ਮਿਲਿਆ ਸਾਧ ਸੰਗਤ ਜੀ, ਫਿਰ ਪਤਾ ਨਹੀਂ ਕਿਸ ਵੇਲੇ ਕਦੋਂ ਮਿਲਣਾ ਹੈ। ਇਸ ਕਰਕੇ ਜਿਹਨੇ ਇਹ ਸਮਾਂ ਸਾਧ ਸੰਗਤ ਜੀ ਗਵਾ ਲਿਆ ਨਾ, ਤੇ ਫਿਰ ਇਹ ਸਮਾਂ ਬਾਰ-ਬਾਰ ਨਹੀਂ ਮਿਲਣਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਉਂਦੇ ਨੇ, ਅਵਰ ਕਾਜ ਤਿਰਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਸਾਧ ਸੰਗਤ ਜੀ ਆਪਾਂ ਜਿੰਨੇ ਮਰਜ਼ੀ ਕਰ ਲਈਏ, ਉਹ ਸਾਡੇ ਕਿਸੇ ਕੰਮ ਨਹੀਂ ਆਉਣੇ। ਕੰਮ ਆਉਣ ਵਾਲਾ ਕੇਵਲ ਤੇ ਕੇਵਲ ਪਰਮਾਤਮਾ ਜੀ ਦਾ ਨਾਮ ਹੀ ਹੈ। ਭਗਤ ਕਬੀਰ ਜੀ ਆਪਣੇ ਸ਼ਬਦ ਦੇ ਅੰਦਰ ਫਰਮਾਨ ਕਰਦੇ ਨੇ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਭਗਤ ਜੀ ਸ਼ਬਦ ਦੇ ਅੰਦਰ ਫਰਮਾਨ ਕਰਦੇ ਨੇ, ਕਿਨਹੀ ਬਣਜਿਆ ਕਾਂਸੀ ਤਾਂਬਾ। ਕਈਆਂ ਨੇ ਵਪਾਰ ਕੀਤਾ ਸਾਧ ਸੰਗਤ ਜੀ ਕਾਂਸੀ ਤਾਂਬੇ ਦਾ, ਕੋਈ ਸੁਨਿਆਰੇ ਦਾ ਕੰਮ ਕਰਦਾ ਹੈ। ਕਿਨਹੀ ਲੌਂਗ ਸੁਪਾਰੀ, ਕਈ ਪੰਸਾਰੀ ਦਾ ਕੰਮ ਕਰਦੇ ਨੇ, ਲੌਂਗ ਸੁਪਾਰੀਆਂ ਆਦਿਕ ਵੇਚਦੇ ਨੇ। ਕਈ ਲੋਹਾਰ ਦਾ ਕੰਮ ਕਰਦੇ ਨੇ, ਲੋਹੇ ਦਾ ਕੰਮ ਕਰਦੇ ਨੇ, ਕਈ ਬਜਾਜੀ ਦਾ ਕੰਮ ਕਰਦੇ ਨੇ। ਸੰਤੋ ਬਣਜਿਆ ਨਾਮ ਗੋਬਿੰਦ ਕਾ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਕਾਹਦਾ ਵਪਾਰ ਕੀਤਾ ਏ? ਉਹਨਾਂ ਨੇ ਵਪਾਰ ਕੀਤਾ ਏ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਦਾ। ਐਸੀ ਖੇਪ ਹਮਾਰੀ, ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਐਸਾ ਖਜ਼ਾਨਾ ਹੈ ਸਾਡੇ ਕੋਲ, ਹਰ ਕੇ ਨਾਮ ਕੇ ਵਿਆਪਾਰੀ। ਅਸੀਂ ਤਾਂ ਨਾਮ ਦੇ ਵਪਾਰੀ ਹਾਂ। ਹੀਰਾ ਹਾਥ ਚੜਿਆ ਨਿਰਮੋਲਕ, ਜਿਵੇਂ ਸਾਧ ਸੰਗਤ ਜੀ ਆਪਾਂ ਸੰਸਾਰਿਕ ਧੰਦੇ ਕਰਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ ਲਾਭ ਮਿਲਦਾ ਹੈ, ਮਾਇਆ ਮਿਲਦੀ ਹੈ। ਤੇ ਭਗਤ ਜੀ ਫਰਮਾਨ ਕਰਦੇ ਨੇ, ਸਾਨੂੰ ਨਾਮ ਜਪ ਕੇ ਹੀਰਾ ਹਾਥ ਚੜਿਆ ਨਿਰਮੋਲਕ, ਬੜਾ ਨਿਰਮੋਲਕ ਹੀਰਾ ਪ੍ਰਾਪਤ ਹੋ ਗਿਆ। ਕਿਹੜਾ ਇਹ ਨਾਮ ਦਾ ਹੀਰਾ ਸਾਧ ਸੰਗਤ ਜੀ? ਛੂਟ ਗਈ ਸੰਸਾਰੀ, ਜਿਸ ਹੀਰੇ ਨੂੰ ਪ੍ਰਾਪਤ ਕਰਕੇ ਜਿਹੜੀ ਸਾਡੀ ਸੰਸਾਰੀ ਸੀ ਨਾ, ਸੰਸਾਰ ਦੇ ਨਾਲ ਮੋਹ ਸੀ, ਸੰਸਾਰ ਦੇ ਨਾਲ ਪ੍ਰੇਮ ਸੀ, ਸੰਸਾਰ ਦੇ ਅੰਦਰ ਪਦਾਰਥਾਂ ਦੇ ਨਾਲ ਪ੍ਰੇਮ ਮੋਹ ਸੀ ਸਾਧ ਸੰਗਤ ਜੀ। ਭਗਤ ਜੀ ਫਰਮਾਨ ਕਰਦੇ ਨੇ, ਉਹ ਸਾਡਾ ਮੋਹ ਜਿਹੜਾ ਹੈ ਨਾ ਉਹ ਛੁੱਟ ਗਿਆ ਸਾਧ ਸੰਗਤ ਜੀ, ਖਤਮ ਹੋ ਗਿਆ। ਹੁਣ ਸੰਸਾਰ ਦੇ ਪਦਾਰਥਾਂ ਦੇ ਨਾਲ ਕੋਈ ਮੋਹ ਨਹੀਂ ਹੈ, ਸੰਸਾਰ ਦੀਆਂ ਵਸਤੂਆਂ ਦੇ ਨਾਲ ਪ੍ਰੇਮ ਨਹੀਂ ਹੈ ਸਾਧ ਸੰਗਤ ਜੀ। ਪ੍ਰੇਮ ਹੈ ਤੇ ਕੇਵਲ ਪਰਮਾਤਮਾ ਜੀ ਦੇ ਨਾਮ ਦੇ ਨਾਲ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਪਰਮਾਤਮਾ ਜੀ ਦੇ ਨਾਮ ਦੇ ਨਾਲ ਪ੍ਰੇਮ ਕਰਦੇ ਨੇ, ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ, ਉਹ ਸੰਸਾਰਿਕ ਵਸਤੂਆਂ ਦਾ ਵਪਾਰ ਨਹੀਂ ਕਰਦੇ। ਉਹ ਨਾਮ ਜਪਦੇ ਨੇ, ਉਹ ਬਾਣੀ ਪੜ੍ਹਦੇ ਨੇ ਸਾਧ ਸੰਗਤ ਜੀ। ਉਹਨਾਂ ਦੇ ਲਈ ਨਾਮ ਹੀ ਸਾਰਾ ਕੁਝ ਹੈ, ਉਹਨਾਂ ਦੇ ਲਈ ਨਾਮ ਹੀ ਸਾਧ ਸੰਗਤ ਜੀ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਨੇ। ਸਾਡੇ ਤੇ ਵੀ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੈ ਸਾਧ ਸੰਗਤ ਜੀ। ਅਸੀਂ ਵੀ ਆਪਣੇ ਜੀਵਨ ਨੂੰ ਸਵਾਰਨ ਦੇ ਲਈ ਪਰਮਾਤਮਾ ਜੀ ਦੇ ਨਾਮ ਦੇ ਨਾਲ ਰੋਜ਼ਾਨਾ ਹੀ ਗੁਰੂ ਘਰ ਆ ਕੇ ਜੁੜਦੇ ਹਾਂ ਸਾਧ ਸੰਗਤ ਜੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹੀਆਂ ਗਈਆਂ ਨੇ। ਨਿਤਾ ਪ੍ਰਤੀ ਦੀ ਤਰ੍ਹਾਂ ਜੋ ਲੜੀਵਾਰ ਗੁਰਬਾਣੀ ਵਿਚਾਰ ਨੂੰ ਆਪਾਂ ਸਰਵਣ ਕਰਦੇ ਹਾਂ ਸਤਿਗੁਰਾਂ ਜੀ ਦੇ ਪਾਵਨ ਰਸਨਾ ਤੋਂ,
ਉਚਾਰਨ ਕੀਤੇ ਹੋਏ ਜੋ ਪਾਵਨ ਬਚਨ ਨੇ ਉਹਨਾਂ ਦੀ ਵਿਚਾਰ ਨੂੰ ਆਪਾਂ ਸੁਣ ਕੇ ਤੇ ਆਪਣੇ ਹਿਰਦੇ ਦੇ ਵਿੱਚ ਵਸਾਉਣ ਦਾ ਯਤਨ ਕਰਦੇ ਹਾਂ। ਸਤਿਗੁਰਾਂ ਜੀ ਦੇ ਪਾਵਨ ਬਚਨ ਸਾਡੇ ਹਿਰਦੇ ਦੇ ਵਿੱਚ ਆ ਕੇ ਵਸ ਜਾਣ, ਜਿਹਦੇ ਕਰਕੇ ਸਾਡਾ ਵੀ ਭਲਾ ਹੋ ਜਾਵੇ। ਸਾਧ ਸੰਗਤ ਜੀ, ਅੱਜ ਦੇ ਪਾਵਨ ਸ਼ਬਦ ਦੇ ਵਿਚਾਰ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਰਵਣ ਕਰਨਾ ਹੈ ਜੀ। ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ, ਰਸਨਾ ਕਰੋ ਪਵਿੱਤਰ, ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਜੇਤੀ ਸਮੱਗਰੀ ਦੇਖੋ ਹੋਰੇ ਨਰ, ਤੇਤੀ ਹੀ ਛੱਡ ਜਾਨੀ। ਸੋਰਠ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 614 ਦੇ ਉੱਤੇ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ, ਜਿਸ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਕਰਦੇ ਨੇ। ਨਾਮ ਦੇ ਨਾਲ ਜੁੜਨਾ ਸਾਧ ਸੰਗਤ ਜੀ ਬੜਾ ਹੀ ਜ਼ਰੂਰੀ ਹੈ। ਜਿਵੇਂ ਜਿਉਣ ਦੇ ਲਈ ਆਪਾਂ ਭੋਜਨ ਕਰਦੇ ਹਾਂ ਨਾ, ਪ੍ਰਸ਼ਾਦਾ ਛਕਦੇ ਹਾਂ, ਸਵੇਰੇ ਵੀ ਛਕਦੇ ਹਾਂ, ਦੁਪਹਿਰ ਨੂੰ ਵੀ, ਫਿਰ ਰਾਤ ਨੂੰ ਵੀ ਭੋਜਨ ਕਰਦੇ ਹਾਂ। ਹੁਣ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭੁੱਖੇ ਖਾਵਤ ਲਾਜ ਨਾ ਆਵੇ। ਸਾਧ ਸੰਗਤ ਜੀ, ਜੇ ਸਾਨੂੰ ਭੁੱਖ ਲੱਗੀ ਹੋਵੇ ਨਾ ਤੇ ਆਪਾਂ ਭੋਜਨ ਪ੍ਰਸ਼ਾਦਾ ਛਕ ਰਹੇ ਹਾਂ, ਰੋਟੀ ਖਾ ਰਹੇ ਹਾਂ, ਤੇ ਉਹਦੇ ਵਿੱਚ ਸਤਿਗੁਰ ਜੀ ਫਰਮਾਨ ਕਰਦੇ ਨੇ ਕੋਈ ਲਾਜ ਵਾਲੀ ਗੱਲ ਨਹੀਂ ਹੈ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈ ਸਾਧ ਸੰਗਤ ਜੀ। ਕਿਉਂਕਿ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਹੈ ਸਾਧ ਸੰਗਤ ਜੀ, ਤੇ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ, ਤੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਪਰ ਜੇ ਸਾਧ ਸੰਗਤ ਜੀ ਆਪਾਂ ਐਵੇਂ ਹਰ ਵੇਲੇ ਹੀ ਕੁਝ ਨਾ ਕੁਝ ਖਾਂਦੇ ਰਹੀਏ, ਤੇ ਫਿਰ ਦੇਖਣ ਵਾਲਾ ਵੀ ਸਾਨੂੰ ਆਖਦਾ ਹੈ ਕਿ ਇਹਨੂੰ ਸ਼ਰਮ ਹੀ ਨਹੀਂ, ਇਹ 24 ਘੰਟੇ ਖਾਈ ਜਾਂਦਾ ਹੈ, ਹਰ ਵੇਲੇ ਇਹਦਾ ਮੂੰਹ ਚੱਲੀ ਜਾਂਦਾ ਹੈ। ਪਰ ਜੇ ਸਾਧ ਸੰਗਤ ਜੀ ਲੋੜ ਵੇਲੇ ਖਾਂਦੇ ਆ ਆਪਾਂ, ਤੇ ਫਿਰ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭੁੱਖੇ ਖਾਵਤ ਲਾਜ ਨ ਆਵੈ, ਤੂੰ ਹਰਜਨ ਹਰ ਗੁਣ ਗਾਵੇ। ਇਸੇ ਤਰ੍ਹਾਂ ਹੀ ਜਿਵੇਂ ਭੁੱਖ ਲੱਗੀ ਹੈ, ਰੋਟੀ ਖਾਂਦੇ ਆ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਪ੍ਰਮਾਤਮਾ ਜੀ ਦੇ ਨਾਮ ਨੂੰ ਜਪਦੇ ਨੇ, ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ। ਜਿਵੇਂ ਸਰੀਰ ਨੂੰ ਚਲਾਉਣ ਦੇ ਲਈ ਭੋਜਨ ਦੀ ਲੋੜ ਹੈ, ਰੋਟੀ ਦੀ ਲੋੜ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਇਸ ਸਰੀਰ ਦੇ ਅੰਦਰ ਵੀ ਇੱਕ ਸਰੀਰ ਹੈ, ਇੱਕ ਬਾਹਰੀ ਸਰੀਰ ਦਿਖਦਾ ਹੈ ਸਾਧ ਸੰਗਤ ਜੀ। ਇੱਕ ਇਹਦੇ ਅੰਦਰ ਵੀ ਇੱਕ ਸਰੀਰ ਹੈ ਜਿਹਨੂੰ ਸੂਖਮ ਸਰੀਰ ਕਹਿੰਦੇ ਨੇ ਸਾਧ ਸੰਗਤ ਜੀ, ਜਿਹੜਾ ਹੈ ਸਾਡਾ ਮਨ, ਜਿਹੜਾ ਕਿ ਇਸ ਸਰੀਰ ਨੂੰ ਚਲਾ ਰਿਹਾ ਸਾਧ ਸੰਗਤ ਜੀ। ਇਹ ਸਰੀਰ ਨੂੰ ਚਲਾਉਣ ਵਾਲਾ ਸਾਡਾ ਮਨ ਹੈ। ਕਈ ਵੇਲੇ ਸਾਨੂੰ ਕੋਈ ਕਹੇ ਨਾ ਆ ਕੇ ਕਿ ਚੱਲ ਆਪਾਂ ਫਲਾਣੀ ਜਗ੍ਹਾ ਤੇ ਚੱਲੀਏ, ਤੇ ਆਪਾਂ ਕੀ ਕਹਿੰਦੇ ਆ, ਮੇਰਾ ਮਨ ਨਹੀਂ ਕਰਦਾ, ਮੈਂ ਨਹੀਂ ਜਾਣਾ। ਕਿਉਂਕਿ ਇਹ ਸਰੀਰ ਨੂੰ ਚਲਾਉਣ ਵਾਲਾ ਮਨ ਹੈ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਵੇਂ ਸਰੀਰ ਨੂੰ ਰੋਟੀ ਦੀ ਲੋੜ ਹੈ, ਇਸ ਮਨ ਨੂੰ ਵੀ ਸਾਧ ਸੰਗਤ ਜੀ ਖੁਰਾਕ ਦੀ ਲੋੜ ਹੈ। ਤੇ ਮਨ ਦੀ ਖੁਰਾਕ ਕੀ ਹੈ? ਮਨ ਦੀ ਖੁਰਾਕ ਹੈ ਪ੍ਰਮਾਤਮਾ ਜੀ ਦਾ ਨਾਮ। ਹੁਣ ਸਰੀਰ ਨੂੰ ਤੇ ਆਪਾਂ ਚਲਾ ਰਹੇ ਹਾਂ ਸਾਧ ਸੰਗਤ ਜੀ ਭੋਜਨ ਦੇ ਕੇ, ਤਿੰਨੇ ਟਾਈਮ ਹੀ ਆਪਣੇ ਸਰੀਰ ਨੂੰ ਭੋਜਨ ਦਿੰਦੇ ਆਪਾਂ, ਕਿਉਂਕਿ ਸਾਨੂੰ ਪਤਾ ਹੈ ਕਿ ਜੇ ਆਪਾਂ ਇੱਕ ਟਾਈਮ ਵੀ ਰੋਟੀ ਨਾ ਖਾਧੀ ਤੇ ਸਾਡੇ ਸਰੀਰ ਨੇ ਕਮਜ਼ੋਰ ਹੋ ਜਾਣਾ। ਸਾਧ ਸੰਗਤ ਜੀ ਭੋਜਨ ਨਾ ਕਰੀਏ, ਆਪਾਂ ਰੋਟੀ ਨਾ ਖਾਈਏ, ਤੇ ਸਾਡੇ ਸਰੀਰ ਦੇ ਵਿੱਚ ਤਾਕਤ ਹੀ ਨਹੀਂ ਹੁੰਦੀ, ਕੋਈ ਕੰਮ ਕਰਨ ਨੂੰ ਸਾਡਾ ਜੀਅ ਨਹੀਂ ਕਰਦਾ। ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਸਾਡਾ ਮਨ ਨਹੀਂ ਲੱਗੇਗਾ, ਕਿਉਂਕਿ ਇਹਨੂੰ ਤਾਕਤ ਨਹੀਂ ਮਿਲੀ ਸਾਧ ਸੰਗਤ ਜੀ।
ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਸਾਡਾ ਮਨ ਵੀ ਇੱਕ ਸਰੀਰ ਹੈ ਸੂਖਮ, ਇਹਨੂੰ ਪ੍ਰਮਾਤਮਾ ਜੀ ਦੇ ਨਾਮ ਦੀ ਲੋੜ ਹੈ। ਜੇ ਇਸ ਮਨ ਨੂੰ ਨਾਮ ਦੀ ਖੁਰਾਕ ਨਾ ਮਿਲੇ ਤੇ ਸਤ ਸੰਗਤ ਜੀ ਇਹ ਵੀ ਫਿਰ ਕਮਜ਼ੋਰ ਹੋ ਜਾਂਦਾ ਹੈ। ਇਹ ਫਿਰ ਸੱਚ ਦੇ ਰਸਤੇ ਤੇ ਨਹੀਂ ਚੱਲਦਾ, ਇਹ ਫਿਰ ਬੁਰੇ ਕੰਮਾਂ ਦੇ ਲਈ ਬੜੀ ਛੇਤੀ ਤਿਆਰ ਹੁੰਦਾ ਹੈ, ਮਾੜੇ ਕਰਮਾਂ ਦੇ ਲਈ ਤਾਂ ਤਿਆਰ ਹੋ ਜਾਂਦਾ ਹੈ। ਪਰ ਜੇ ਚੰਗੇ ਕਰਮ ਦੇ ਲਈ, ਚੰਗੇ ਕੰਮ ਦੇ ਲਈ ਇਸ ਮਨ ਨੂੰ ਤੋੜਨਾ ਹੋਵੇ ਤੇ ਸਤ ਸੰਗਤ ਜੀ ਇਹ ਮਨ ਤੁਰਦਾ ਨਹੀਂ, ਕਿਉਂਕਿ ਇਹਨੂੰ ਖੁਰਾਕ ਨਹੀਂ ਮਿਲੀ। ਬੁਰੇ ਕੰਮ ਦੇ ਲਈ ਤਾਂ ਸਤ ਸੰਗਤ ਜੀ ਹਰ ਵੇਲੇ ਐਕਟਿਵ ਹੀ ਰਹਿੰਦਾ ਹੈ ਮਨ। ਹੁਣ ਚੋਰ ਵੀ ਸਤ ਸੰਗਤ ਜੀ ਅੱਧੀ ਰਾਤ ਨੂੰ ਚੋਰੀ ਕਰਦਾ ਹੈ, ਕੋਈ ਆਲਸ ਨਹੀਂ ਹੈ। ਜਦੋਂ ਮਰਜ਼ੀ ਚੋਰ ਨੂੰ ਆਵਾਜ਼ ਮਾਰ ਲਓ, ਉਹ ਕਹੂਗਾ ਮੈਂ ਤਿਆਰ ਹੀ ਹਾਂ ਬਸ। ਪਰ ਜੇ ਆਪਾਂ ਉਸੇ ਨੂੰ ਕਹੀਏ ਕਿ ਅੰਮ੍ਰਿਤ ਵੇਲੇ ਹੋ ਗਿਆ, ਆਪਾਂ ਗੁਰੂ ਘਰ ਜਾ ਕੇ ਬਾਣੀ ਸੁਣ ਲਈਏ ਜਾਂ ਸੇਵਾ ਕਰ ਲਈਏ ਜਾਂ ਸਿਮਰਨ ਕਰ ਲਈਏ, ਤੇ ਕੀ ਕਹੂਗਾ ਉਹੀ ਚੋਰ ਕਿ ਮੈਨੂੰ ਤਾਂ ਆਲਸ ਲੱਗਾ ਹੋਇਆ, ਮੈਨੂੰ ਤਾਂ ਨੀਂਦ ਆ ਰਹੀ ਹੈ। ਇਹੀ ਫਰਕ ਹੈ ਸਾਧ ਸੰਗਤ ਜੀ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਪਣਾ ਬੜਾ ਹੀ ਜ਼ਰੂਰੀ ਹੈ ਤੇ ਅਸੀਂ ਆਪਣੇ ਮਨ ਨੂੰ ਨਾਮ ਦੀ ਖੁਰਾਕ ਦੇਣ ਦੇ ਲਈ ਗੁਰੂ ਘਰ ਦੀ ਹਾਜ਼ਰੀ ਭਰਦੇ ਹਾਂ ਸਾਧ ਸੰਗਤ ਜੀ। ਤੇ ਅੱਜ ਦੇ ਸ਼ਬਦ ਦੇ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਹੀ ਗੱਲ ਸਮਝਾਉਂਦੇ ਨੇ ਕਿ ਨਾਮ ਜਪਣਾ ਕਿਉਂ ਜ਼ਰੂਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ। ਸਤਿਗੁਰ ਜੀ ਸਮਝਾਉਂਦੇ ਨੇ ਕਿ ਹੇ ਨਰ, ਹੇ ਮਨੁੱਖ, ਤੂੰ ਸੰਸਾਰ ਦੇ ਵਿੱਚ ਜਿੰਨੀ ਵੀ ਸਮੱਗਰੀ ਦੇਖਦਾ ਹੈ ਨਾ, ਹੁਣ ਸਾਧ ਸੰਗਤ ਜੀ ਸਾਡੇ ਘਰ ਦੇ ਵਿੱਚ ਕੀ ਕੁਝ ਨਹੀਂ ਹੈ। ਸਾਡੇ ਘਰ ਦੇ ਵਿੱਚ ਸਾਰਾ ਕੁਝ ਹੈ, ਖਾਣ ਵਾਲੀਆਂ ਵਸਤੂਆਂ ਵੀ ਨੇ, ਪਹਿਨਣ ਵਾਲੀਆਂ ਵੀ ਨੇ, ਹੰਡਾਉਣ ਵਾਲੀਆਂ ਵੀ ਨੇ, ਹੋਰ ਵੀ ਸਾਡੇ ਸੁੱਖ ਸਹੂਲਤ ਦੀਆਂ ਸਾਰੀਆਂ ਲੋੜੀਂਦੀਆਂ ਵਸਤੂਆਂ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਨੇ ਸਾਧ ਸੰਗਤ ਜੀ। ਘਰ ਵੀ ਸਾਧ ਸੰਗਤ ਜੀ ਇੱਕ ਦੀ ਬਜਾਏ ਕਈਆਂ ਦੇ ਕੋਲ 2-2 ਨੇ, 3-3 ਨੇ, ਕਈਆਂ ਦੇ ਕੋਲ ਤਾਂ 4-4 ਵੀ ਘਰ ਨੇ। ਸਾਧ ਸੰਗਤ ਜੀ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਦੇ ਲਈ ਆਪਾਂ ਗੱਡੀ ਕਾਰ ਵਰਤਦੇ ਹਾਂ। ਕਿਸੇ ਦੇ ਕੋਲ ਇੱਕ ਹੈ, ਕਿਸੇ ਦੇ ਕੋਲ 2 ਹੈ, ਕਿਸੇ ਦੇ ਕੋਲ ਘਰ ਦੇ ਵਿੱਚ ਜਿੰਨੇ ਜੀ ਨੇ ਉਨੀਆਂ ਗੱਡੀਆਂ ਨੇ। ਪਹਿਨਣ ਦੇ ਲਈ ਸਾਧ ਸੰਗਤ ਜੀ ਬਸਤਰ ਵੀ ਬੜੇ ਨੇ, ਕਿਸੇ ਦੀ ਇੱਕ ਅਲਮਾਰੀ ਭਰੀ ਹੈ, ਕਿਸੇ ਦੀਆਂ 2-2 ਅਲਮਾਰੀਆਂ ਵੀ ਕੱਪੜਿਆਂ ਦੇ ਨਾਲ ਭਰੀਆਂ ਪਈਆਂ ਨੇ। ਪਰ ਸਾਧ ਸੰਗਤ ਜੀ ਖਾਣ ਦੇ ਲਈ ਪਦਾਰਥ ਵੀ ਘਰ ਦੇ ਵਿੱਚ ਭਰੇ ਪਏ ਨੇ। ਪਰ ਜਦੋਂ ਇਹ ਸਰੀਰ ਇਨਸਾਨ ਇਹ ਸਰੀਰ ਨੂੰ ਛੱਡ ਕੇ ਜਾਂਦਾ ਹੈ ਨਾ, ਜਦੋਂ ਸਾਧ ਸੰਗਤ ਜੀ ਮਰ ਜਾਂਦਾ ਹੈ ਨਾ, ਤਾਂ ਆਪਣੇ ਨਾਲ ਘਰ ਲੈ ਕੇ ਜਾਂਦਾ ਹੈ, ਭਾਵੇਂ 4 ਘਰ ਕਿਉਂ ਨਾ ਹੋ। ਅਲਮਾਰੀ ਭਰੀ ਪਈ ਹੈ ਸਾਧ ਸੰਗਤ ਜੀ ਕੱਪੜਿਆਂ ਦੇ ਨਾਲ, ਪਰ ਨਾਲ ਨਹੀਂ ਲੈ ਕੇ ਜਾਂਦਾ। ਆਪਾਂ ਦੇਖਦੇ ਹਾਂ ਜਦੋਂ ਇਨਸਾਨ ਮਰਦਾ ਹੈ ਕਿੰਨੀਆਂ ਲੋਈਆਂ, ਕਿੰਨੀਆਂ ਚਾਦਰਾਂ ਉਹਦੇ ਉੱਤੇ ਪਈਆਂ ਹੁੰਦੀਆਂ ਨੇ, ਤੇ ਜਦੋਂ ਆਪਾਂ ਸੰਸਕਾਰ ਕਰਦੇ ਹਾਂ ਉਹਦੇ ਤੋਂ ਪਹਿਲਾਂ ਸਾਰੀਆਂ ਲਾ ਕੇ ਪਰੇ ਰੱਖ ਦਿੰਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਇਹ ਤਾਂ ਸੜ ਕੇ ਸਵਾਹੀ ਹੋ ਜਾਣੀਆਂ ਨੇ, ਇੱਥੇ ਕਿਸੇ ਦੇ ਕੰਮ ਆ ਜਾਣਗੀਆਂ। ਖਾਣ ਵਾਲੇ ਪਦਾਰਥ ਬੜੇ ਨੇ ਸਾਧ ਸੰਗਤ ਜੀ, ਪਰ ਇੱਥੇ ਹੀ ਰਹਿ ਗਏ, ਕੋਈ ਨਾਲ ਨਹੀਂ ਲੈ ਕੇ ਜਾਂਦਾ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਹ ਇਨਸਾਨ ਜੋ ਕੁਝ ਵੀ ਤੂੰ ਸੰਸਾਰ ਦੇ ਵਿੱਚ ਦੇਖਦਾ ਹੈ, ਜਿੰਨੀ ਵੀ ਸਮੱਗਰੀ ਤੂੰ ਦੇਖ ਰਿਹਾ ਹੈ, ਜਿੰਨੇ ਵੀ ਪਦਾਰਥ ਤੇਰੇ ਕੋਲ ਨੇ, ਇਹਨਾਂ ਪਦਾਰਥਾਂ ਨੂੰ ਤੂੰ ਨਾਲ ਨਹੀਂ ਲੈ ਕੇ ਜਾ ਸਕਦਾ। 33 ਹੀ ਛੱਡ ਜਾਨੀ, ਉਨੀ ਹੀ ਛੱਡ ਕੇ ਚਲੇ ਜਾਵੇਂਗਾ। ਜਿੰਨਾ ਕੁਝ ਹੈ ਨਾ ਸਾਧ ਸੰਗਤ ਜੀ, ਉਹ ਸਾਰਾ ਕੁਝ ਇੱਥੇ ਸੰਸਾਰ ਦੇ ਵਿੱਚ ਹੀ ਛੱਡ ਕੇ ਚਲੇ ਜਾਵੇਂਗਾ, ਨਾਲ ਨਹੀਂ ਕੁਝ ਵੀ ਲੈ ਕੇ ਜਾ ਸਕਦਾ। ਲਾਹੌਰ ਦੇ ਵਿੱਚ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸਿੱਖ ਸੀ, ਵਪਾਰ ਕਰਦਾ ਹੈ ਤੇ ਲੋਕਾਂ ਨੂੰ ਵਿਆਜ ਤੇ ਪੈਸੇ ਦੇਣੇ, ਤੇ ਸਾਧ ਸੰਗਤ ਜੀ ਬੜੀ ਮਾਇਆ ਇਕੱਠੀ ਕਰ ਲਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਣ ਦੇ ਵਾਸਤੇ ਗਏ ਨੇ, ਪਤਾ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਆਏ ਹੋਏ ਨੇ, ਜਾ ਕੇ ਨਮਸਕਾਰ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਇੱਕ ਸੂਈ ਦਿੱਤੀ, ਆਖਣ ਲੱਗੇ ਕਿ ਪੁਰਖਾ ਇਹਨੂੰ ਆਪਣੇ ਕੋਲ ਸਾਂਭ ਕੇ ਰੱਖ ਲੈ, ਦਰਗਾਹ ਦੇ ਵਿੱਚ ਤੇਰੇ ਕੋਲੋਂ ਲੈ ਲਵਾਂਗੇ। 7 ਬਚਨ ਆਖ ਦਿੱਤਾ, ਸੂਈ ਲਈ ਘਰ ਆ ਗਿਆ, ਆਪਣੀ ਘਰ ਵਾਲੀ ਨੂੰ ਆਖਣ ਲੱਗਾ ਭਾਗਵਾਨੇ ਇਹਨੂੰ ਸਾਂਭ ਕੇ ਰੱਖ ਲੈ,
ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਮੈਨੂੰ ਦਿੱਤੀ ਹੋਈ ਹੈ ਤੇ ਆਖਿਆ ਦਰਗਾਹ ਦੇ ਵਿੱਚ ਤੇਰੇ ਕੋਲੋਂ ਲਵਾਂਗੇ, ਸਾਂਭ ਕੇ ਰੱਖ ਲੈ। ਤੇ ਘਰ ਵਾਲੀ ਸਾਧ ਸੰਗਤ ਜੀ ਸਿਆਣੀ ਸੀ, ਆਖਣ ਲੱਗੀ ਕਿ ਨਾਲ ਤਾਂ ਸਰੀਰ ਵੀ ਨਹੀਂ ਜਾਂਦਾ, ਉਹ ਵੀ ਇੱਥੇ ਸੜ ਕੇ ਸਵਾਹ ਹੋ ਜਾਂਦਾ, ਇਹਨੂੰ ਕਿਵੇਂ ਨਾਲ ਲੈ ਕੇ ਜਾਏਗਾ, ਜਾ ਵਾਪਸ ਕਰਕੇ ਆ। ਉਸੇ ਵੇਲੇ ਸਾਧ ਸੰਗਤ ਜੀ ਵਾਪਸ ਆ ਗਿਆ, ਆਖਣ ਲੱਗਾ ਸਤਿਗੁਰ ਜੀ ਇਹ ਸੇਵਾ ਨਹੀਂ ਮੇਰੇ ਕੋਲੋਂ ਹੋ ਸਕਦੀ, ਕਿਉਂਕਿ ਨਾਲ ਤਾਂ ਸਰੀਰ ਵੀ ਨਹੀਂ ਜਾਂਦਾ ਤੇ ਇਹ ਮੈਂ ਸੂਈ ਨੂੰ ਕਿਸ ਤਰ੍ਹਾਂ ਨਾਲ ਲੈ ਕੇ ਜਾਵਾਂਗਾ। ਪਾਤਸ਼ਾਹ ਜੀ ਇਹ ਕੰਮ ਨਹੀਂ ਮੇਰੇ ਕੋਲ ਹੋ ਸਕਦਾ। ਤੇ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਕਿ ਭਾਈ ਪੁਰਖਾ, ਜਿਹੜੇ ਫਿਰ ਤੂੰ ਲੋਕਾਂ ਦੇ ਕੋਲੋਂ ਵਿਆਜ ਤੇ ਪੈਸੇ ਦੇ ਦੇ ਕੇ ਮਾਇਆ ਇਕੱਠੀ ਕੀਤੀ ਹੋਈ ਹੈ, ਇਹ ਤੂੰ ਨਾਲ ਲੈ ਕੇ ਜਾਵੇਂਗਾ, ਇਹ ਵੀ ਤਾਂ ਇੱਥੇ ਛੱਡ ਕੇ ਚਲੇ ਜਾਣੀ ਹੈ, ਇਹ ਵੀ ਤੇਰੇ ਨਾਲ ਨਹੀਂ ਜਾਣੀ। ਜਦੋਂ ਸਾਧ ਸੰਗਤ ਜੀ ਸਤਿਗੁਰਾਂ ਦੇ ਬਚਨ ਸੁਣੇ ਤੇ ਸੋਝੀ ਆ ਗਈ, ਆਖਣ ਲੱਗਾ ਪਾਤਸ਼ਾਹ ਜੀ ਹੁਣ ਕੀ ਕਰਾਂ। ਤੇ ਸਤਿਗੁਰੂ ਜੀ ਆਖਣ ਲੱਗੇ ਜਿਨ੍ਹਾਂ ਦੇ ਕੋਲੋਂ ਲਈ ਹੈ ਭਾਈ ਵਾਪਸ ਕਰ ਦੇ ਤੇ ਤੂੰ ਮਿਹਨਤ ਕਰਿਆ ਕਰ। ਸਤ ਬਚਨ ਆਖ ਦਿੱਤੇ। ਸੋ ਕਹਿਣ ਤੋਂ ਭਾਵ ਕਿ ਜਿੰਨਾ ਕੁਝ ਵੀ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ, ਇਹ ਸਾਰਾ ਕੁਝ ਹੀ ਸਾਧ ਸੰਗਤ ਜੀ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ। ਜੇ ਪਰਮਾਤਮਾ ਦੇ ਨਾਮ ਨੂੰ ਨਹੀਂ ਨਾ ਜਪਦੇ ਤੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਆਏ ਹੋਏ ਦਾ ਕੋਈ ਫਾਇਦਾ ਨਹੀਂ ਹੈ। ਰਾਮ ਨਾਮ ਸੰਗ ਕਰ ਵਿਵਹਾਰਾ, ਪਾਵੈ ਪਦ ਨਿਰਵਾਨੀ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਤੂੰ ਪਰਮਾਤਮਾ ਜੀ ਦੇ ਨਾਮ ਦਾ ਵਿਹਾਰ ਕਰ। ਜਿਵੇਂ ਸੰਸਾਰ ਦੇ ਵਿੱਚ ਆਪਾਂ ਹੋਰ ਕੰਮ ਬੜੇ ਕਰਦੇ ਆ ਨਾ, ਪਰ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕੰਮ। ਪਰ ਉਹ ਕੰਮ ਸਾਡੇ ਕਿਸੇ ਵੀ ਕੰਮ ਨਹੀਂ ਆ ਸਕਦੇ, ਪਰ ਫਿਰ ਵੀ ਆਪਾਂ ਕੰਮ ਕਰਦੇ ਹਾਂ। ਕੋਈ ਇੱਕ ਕੰਮ ਕਰਦਾ ਹੈ, ਕੋਈ ਦੋ ਦੋ ਕੰਮ ਕਰਦਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਤੂੰ ਪਰਮਾਤਮਾ ਦੇ ਨਾਮ ਦਾ ਵਿਹਾਰ ਕਰ, ਕੰਮ ਕਰ, ਕਰਮ ਕਰ। ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਜਪੇਂਗਾ, ਪਾਵੈ ਪਦ ਨਿਰਮਾਨੀ, ਤੇ ਤੈਨੂੰ ਮੁਕਤੀ ਦਾ ਪਦ ਮਿਲ ਜਾਵੇਗਾ, ਤੈਨੂੰ ਮੁਕਤੀ ਮਿਲ ਜਾਵੇਗੀ। ਮੇਰੇ ਪਿਆਰੇ ਤੂੰ ਮੇਰੋ ਸੁਖ ਦਾਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਹ ਪਿਆਰੇ ਪਰਮਾਤਮਾ ਜੀ ਤੂੰ ਮੈਨੂੰ ਸੁਖ ਦੇਣ ਵਾਲਾ ਹੈ। ਪਰਮਾਤਮਾ ਜੀ ਸੁੱਖਾਂ ਨੂੰ ਦੇਣ ਵਾਲਾ ਤੂੰ ਆਪ ਹੈ। ਗੁਰ ਪੂਰੈ ਦੀਆ ਉਪਦੇਸਾ, ਤੁਮ ਹੀ ਸੰਗ ਪਰਾਤਾ। ਪੂਰੇ ਗੁਰੂਆਂ ਨੇ ਮੈਨੂੰ ਉਪਦੇਸ਼ ਦਿੱਤਾ ਹੈ। ਇਸ ਕਰਕੇ ਮੈਨੂੰ ਪਰਮਾਤਮਾ ਜੀ ਦੀ ਪਹਿਚਾਣ ਹੋ ਗਈ ਹੈ। ਤੁਮ ਹੀ ਸੰਗ ਪਰਾਤਾ, ਆਪ ਜੀ ਨੂੰ ਆਪਣਾ ਸੰਗੀ ਪਛਾਣਿਆ ਹੈ। ਭਾਵ ਕਿ ਜਦੋਂ ਪੂਰੇ ਗੁਰੂ ਨੇ ਉਪਦੇਸ਼ ਦਿੱਤਾ ਨਾ, ਜਦੋਂ ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਤੇ ਪਰਮਾਤਮਾ ਸਾਡਾ ਸੰਗੀ ਹੈ, ਪਰਮਾਤਮਾ ਸਾਡਾ ਸਾਥੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰਮਾਤਮਾ ਸਦਾ ਹੀ ਮੇਰੇ ਨਾਲ ਹੈ। ਇਸ ਗੱਲ ਦੀ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਪਹਿਚਾਣ ਆ ਜਾਂਦੀ ਹੈ, ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਸਦਾ ਹੀ ਸਾਡੇ ਕੋਲ ਹੈ, ਸਦਾ ਹੀ ਸਾਡੇ ਨਾਲ ਹੈ। ਕਾਮ ਕ੍ਰੋਧ ਲੋਭ ਮੋਹ ਅਭਿਮਾਨਾ, ਤਾਂ ਮੈਂ ਸੁਖ ਨਹੀਂ ਪਾਈਐ। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੇ ਦੁਸ਼ਮਣ ਨੇ। ਸਾਧ ਸੰਗਤ ਜੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਇਹ ਜਿਹੜੇ ਕਾਮ ਕ੍ਰੋਧ ਨੇ ਇਹ ਸਰੀਰ ਨੂੰ ਗਾਲ ਰਹੇ ਨੇ, ਖਾ ਰਹੇ ਨੇ। ਇਹ ਸਾਡੇ ਮਿੱਤਰ ਨਹੀਂ ਸਾਧ ਸੰਗਤ ਜੀ, ਇਹ ਸਾਡੇ ਦੁਸ਼ਮਣ ਨੇ। ਇਹ ਸਾਡਾ ਹਿੱਤ ਨਹੀਂ ਚਾਹੁੰਦੇ, ਇਹ ਸਾਡਾ ਬੁਰਾ ਹੀ ਚਾਹੁੰਦੇ ਨੇ। ਆਪਾਂ ਦੇਖਦੇ ਹਾਂ ਜਿਹੜਾ ਵਿਕਾਰੀ ਹੋਵੇ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਕੋਈ ਲਾਲਚੀ ਹੋਵੇ ਤੇ ਆਪਾਂ ਉਹਨੂੰ ਚੰਗਾ ਨਹੀਂ ਸਮਝਦੇ, ਆਪਾਂ ਸਮਝਦੇ ਹਾਂ ਕਿ ਇਹ ਲਾਲਚੀ ਹੈ ਬਹੁਤ ਜ਼ਿਆਦਾ। ਕੋਈ ਕ੍ਰੋਧੀ ਹੋਵੇ, ਗੁੱਸੇ ਵਾਲਾ ਹੋਵੇ, ਤਾਂ ਵੀ ਆਪਾਂ ਉਹਨੂੰ ਚੰਗਾ ਨਹੀਂ ਸਮਝਦੇ, ਆਪਾਂ ਕਹਿੰਦੇ ਇਹਨੂੰ ਕੀ ਬੁਲਾਉਣਾ, ਇਹਨੇ ਗੁੱਸਾ ਹੀ ਕਰਨਾ। ਕੋਈ ਹੰਕਾਰ ਵਾਲਾ ਪੁਰਸ਼ ਹੋਵੇ ਤਾਂ ਵੀ ਆਪਾਂ ਉਹਨੂੰ ਚੰਗਾ ਨਹੀਂ ਸਮਝਦੇ, ਛੱਡੋ ਪਰਾਂ, ਇਹਨੇ ਹੰਕਾਰ ਹੀ ਕਰਨਾ, ਕੋਈ ਨਹੀਂ ਚੰਗਾ ਸਮਝਦਾ। ਇਹ ਸਾਡੇ ਦੁਸ਼ਮਣ ਨੇ, ਤਾਂ ਮੈਂ ਸੁਖ ਨਹੀਂ ਪਾਈ ਹੈ। ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਸਾਨੂੰ ਕਦੀ ਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਹੋ ਰੇਨ ਤੂੰ ਸਗਲ ਕੀ ਮੇਰੇ ਮਨ, ਤੋ ਅਨੰਦ ਮੰਗਲ ਸੁਖ ਪਾਈਐ। ਇਸ ਕਰਕੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਤੂੰ ਭਾਈ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾ, ਭਾਵ ਕਿ ਨਿਮਰਤਾ ਦੇ ਵਿੱਚ ਰਹਿ।
ਜਦੋਂ ਤੂੰ ਨਿਮਰਤਾ ਦੇ ਵਿੱਚ ਰਵੇਂਗਾ ਤੇ ਤੂੰ ਆਨੰਦ ਰੂਪ ਪਰਮਾਤਮਾ ਜੀ ਦੇ ਜਦੋਂ ਗੁਣ ਗਾਏਂਗਾ, ਪਰਮਾਤਮਾ ਜੀ ਦੀ ਸਿਮਰਨ ਕਰੇਂਗਾ, ਭਗਤੀ ਕਰੇਂਗਾ, ਤੇ ਕੀ ਹੋਵੇਗਾ? ਸੁਖ ਪਾਈਐ, ਸੁਖ ਮਿਲੇਗਾ ਤੈਨੂੰ, ਸੁੱਖਾਂ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਜਦੋਂ ਤੂੰ ਨਾਮ ਜਪੇਂਗਾ ਤੇ ਗੁਰੂ ਦੇ ਚਰਨਾਂ ਦੀ ਧੂੜੀ ਬਣ ਜਾਵੇਂਗਾ। ਜਦੋਂ ਤੂੰ ਗੁਰੂ ਦੀ ਸੇਵਾ ਕਰੇਂਗਾ, ਨਾਮ ਜਪੇਂਗਾ, ਕਾਲ ਨਾ ਭਾਨੈ ਅੰਤਰ ਬਿਦ ਜਾਣੈ ਤਾਂ ਕੀ ਕਰ ਮਨ ਸੇਵਾ। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਹੁਣ ਸੇਵਾ ਕਿਹਦੀ ਕਰਨੀ। ਗੱਲ ਇਹ ਵੀ ਆ, ਆਪਾਂ ਦੇਖਦੇ ਹਾਂ ਆਪਾਂ ਆਪਣੇ ਆਲੇ ਦੁਆਲੇ ਕਿੰਨੇ ਗੁਰੂ ਬਣੀ ਬੈਠੇ ਨੇ ਆਪਣੇ ਆਪ ਸਾਧ ਸੰਗਤ ਜੀ, ਪਰ ਉਹ ਸੱਚੇ ਨਹੀਂ। ਉੱਥੇ ਦੀ ਕੀਤੀ ਹੋਈ ਸੇਵਾ ਪਾਤਸ਼ਾਹ ਜੀ ਕਹਿੰਦੇ ਨੇ ਸਫਲ ਨਹੀਂ ਹੋ ਸਕਦੀ, ਪ੍ਰਵਾਨ ਨਹੀਂ ਹੋ ਸਕਦੀ, ਕਿਉਂਕਿ ਝੂਠੇ ਦਾ ਸੰਗ ਕਰਾਂਗੇ ਤੇ ਸਾਨੂੰ ਝੂਠ ਹੀ ਮਿਲੇਗਾ। ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇਣ, ਜਿਹਨਾਂ ਦਾ ਗੁਰੂ ਆਪ ਹੀ ਅੰਨਾ ਹੋਵੇ। ਸਾਧ ਸੰਗਤ ਜੀ, ਹੁਣ ਜਿਹਨੂੰ ਆਪ ਨੂੰ ਕੁਝ ਨਾ ਦਿਖਾਈ ਦਿੰਦਾ ਹੋਵੇ, ਉਹ ਕਿਸੇ ਨੂੰ ਕੀ ਰਸਤਾ ਦਿਖਾ ਲੇਗਾ? ਨਹੀਂ ਰਸਤਾ ਦਿਖਾ ਸਕਦਾ ਨਾ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਆਪਾਂ ਸੱਚ ਨਾਲ ਜੁੜਨਾ ਹੈ, ਪਰਮਾਤਮਾ ਨਾਲ ਜੁੜਨਾ ਹੈ। ਜਦੋਂ ਪਰਮਾਤਮਾ ਜੀ ਦੇ ਨਾਲ ਜੁੜਾਂਗੇ, ਘਾਲ ਨਾ ਭਾਨੇ, ਉਹ ਕਿਸੇ ਦੀ ਕੀਤੀ ਹੋਈ ਘਾਲ ਕਮਾਈ ਨੂੰ ਭੰਨਦਾ ਨਹੀਂ ਹੈ, ਤੋੜਦਾ ਨਹੀਂ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਦੇ ਘਰ ਕੀਤੀ ਹੋਈ ਤਿਲ ਦੀ ਵੀ ਸੇਵਾ ਸਾਧ ਸੰਗਤ ਜੀ ਪ੍ਰਵਾਨ ਹੋ ਜਾਂਦੀ ਹੈ। ਗੁਰੂ ਨਾਨਕ ਦੇ ਘਰ ਥੋੜ੍ਹੀ ਜਿਹੀ ਵੀ ਸੇਵਾ ਕੀਤੀ ਹੈ ਨਾ, ਉਹਦਾ ਵੀ ਪਰਮਾਤਮਾ ਜੀ ਸਾਨੂੰ ਫਲ ਦਿੰਦੇ ਨੇ। ਤੇ ਜਿਹੜਾ ਪਰਮਾਤਮਾ ਅੰਦਰਲੀ ਗੱਲ ਜਾਣਦਾ ਹੈ, ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਸੇਵਾ ਕਰ ਭਾਈ। ਜਿਹੜਾ ਤੇਰੀ ਕੀਤੀ ਹੋਈ ਕਮਾਈ, ਤੇਰੀ ਕੀਤੀ ਹੋਈ ਸੇਵਾ ਦਾ ਤੈਨੂੰ ਫਲ ਦਿੰਦਾ ਏ, ਜਿਹੜਾ ਤੇਰੇ ਅੰਦਰਲੀ ਗੱਲ ਜਾਣਦਾ ਏ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜ ਪਾਈ, ਉਹਦੇ ਨਾਲ ਜੁੜ। ਕਰ ਪੂਜਾ ਹੋਮ ਇਹੋ ਮਨੁਆ, ਅਕਾਲ ਮੂਰਤ ਗੁਰਦੇਵਾ। ਤੂੰ ਉਸ ਪਰਮਾਤਮਾ ਦੀ ਪੂਜਾ ਕਰ, ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹੜਾ ਮਾਲਕ ਦਿਵ ਦ੍ਰਿਸ਼ਟੀ ਦਾ ਮਾਲਕ ਹੈ, ਸਭ ਕੁਝ ਸੁਣਦਾ ਹੈ, ਸਭ ਕੁਝ ਦੇਖਦਾ ਹੈ। ਉਹਦੀ ਹੀ ਪੂਜਾ ਕਰ, ਉਹਦੇ ਨਾਮ ਦਾ ਹੀ ਹਵਨ ਕਰ। ਪਾਤਸ਼ਾਹ ਜੀ ਕਹਿੰਦੇ ਭਾਵ ਕਿ ਆਪਣੇ ਸਰੀਰ ਨੂੰ ਉਹਦੇ ਨਾਮ ਦੇ ਨਾਲ ਜੋੜ ਲੈ। ਇਹੀ ਤੇਰੇ ਲਈ ਹੋਮ ਹੈ, ਹਵਨ ਹੈ। ਉਹਦੀ ਪੂਜਾ ਕਰ। ਅਕਾਲ ਮੂਰਤ ਗੁਰਦੇਵ, ਜਿਹੜਾ ਗੁਰਦੇਵ ਅਕਾਲ ਦੀ ਮੂਰਤ ਹੈ, ਜੰਮਣ ਮਰਨ ਤੋਂ ਰਹਿਤ ਹੈ, ਉਹਦੀ ਪੂਜਾ ਕਰ। ਜਿਹੜਾ ਸਾਰੀ ਸ੍ਰਿਸ਼ਟੀ ਦਾ ਗੁਰਦੇਵ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਗੋਬਿੰਦ ਦਾਮੋਦਰ ਦਿਆਲ ਮਾਧਵੇ, ਪਾਰ ਬ੍ਰਹਮ ਨਿਰੰਕਾਰਾ। ਉਹ ਪਰਮਾਤਮਾ ਗੋਬਿੰਦ ਹੈ, ਦਾਮੋਦਰ ਹੈ, ਦਿਆਲੂ ਹੈ, ਮਾਧਵ ਹੈ, ਪਾਰ ਬ੍ਰਹਮ ਹੈ, ਨਿਰੰਕਾਰ ਹੈ, ਵਾਹਿਗੁਰੂ ਹੈ। ਇਹ ਜਿੰਨੇ ਵੀ ਨਾਮ ਨੇ ਉਸ ਮਾਲਕ ਦੇ ਹੀ ਨੇ। ਉਸ ਮਾਲਕ ਦਾ ਤੂੰ ਸਿਮਰਨ ਕਰ। ਨਾਮ ਵਰਤਣ ਨਾਮੋ ਬਾਲੇਵਾ, ਨਾਮ ਨਾਨਕ ਪ੍ਰਾਣ ਆਧਾਰਾ। ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਕਰੋ, ਇਹ ਸਾਡਾ ਵਰਤਣ ਬਣ ਜਾਵੇਗਾ। ਜਿਵੇਂ ਸਾਧ ਸੰਗਤ ਜੀ ਆਪਾਂ ਕੋਈ ਪਦਾਰਥ ਨੂੰ ਪਾਉਣਾ ਹੋਵੇ ਨਾ ਸਾਧ ਸੰਗਤ ਜੀ, ਤੇ ਉਸ ਪਦਾਰਥ ਨੂੰ ਪਾਉਣ ਦੇ ਲਈ ਪਹਿਲਾਂ ਸਾਨੂੰ ਭਾਂਡਾ ਬਣਾਉਣਾ ਪੈਂਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦਾ ਹੀ ਵਰਤਣ ਬਣਾ ਲੈ, ਨਾਮ ਦਾ ਹੀ ਭਾਂਡਾ ਤਿਆਰ ਕਰ ਲੈ। ਨਾਮੋਂ ਬਾਲੇਵਾ, ਉਹਦੇ ਵਿੱਚ ਨਾਮ ਨੂੰ ਹੀ ਪਾਉਣਾ ਹੈ। ਸਾਧ ਸੰਗਤ ਜੀ, ਇਹ ਸਰੀਰ ਨੂੰ ਭਾਂਡਾ ਬਣਾ ਕੇ ਨਾਮ ਜਪ ਕੇ ਤੇ ਇਹਦੇ ਵਿੱਚ ਨਾਮ ਰੂਪੀ ਪਦਾਰਥ ਨੂੰ ਪਾਓ। ਨਾਮ ਨਾਨਕ ਪ੍ਰਾਣ ਆਧਾਰਾ। ਪਰਮਾਤਮਾ ਜੀ ਦੇ ਜਿਹੜਾ ਨਾਮ ਹੈ ਨਾ ਸਾਧ ਸੰਗਤ ਜੀ, ਉਹ ਸਾਡੇ ਪ੍ਰਾਣਾਂ ਦਾ ਆਧਾਰ ਬਣ ਜਾਵੇ, ਆਸਰਾ ਬਣ ਜਾਵੇ ਕਿ ਪਰਮਾਤਮਾ ਜੀ ਜੇ ਤੁਹਾਡੇ ਨਾਮ ਨੂੰ ਲੈਂਦੇ ਹਾਂ ਤਾਂ ਅਸੀਂ ਜਿਉਂਦੇ ਹਾਂ। ਸਾਡੇ ਪ੍ਰਾਣਾਂ ਦਾ ਆਸਰਾ ਤੂੰ ਹੈ, ਸਾਡੇ ਜੀਣ ਦਾ ਕਾਰਨ ਤੂੰ ਹੈ, ਸਾਨੂੰ ਜਨਮ ਮਿਲਿਆ ਇਹਦਾ ਕਾਰਨ ਵੀ ਪਰਮਾਤਮਾ ਜੀ ਤੂੰ ਹੈ। ਤੇਰੇ ਕਰਕੇ ਹੀ ਸੰਸਾਰ ਦੇ ਵਿੱਚ ਅਸੀਂ ਜਿਉਂਦੇ ਹਾਂ। ਜਦੋਂ ਸਾਧ ਸੰਗਤ ਜੀ ਆਪਣੇ
ਪ੍ਰਾਣਾਂ ਦਾ ਆਧਾਰ ਆਸਰਾ ਆਪਾਂ ਪਰਮਾਤਮਾ ਜੀ ਨੂੰ ਮੰਨ ਲਵਾਂਗੇ ਨਾ, ਤੇ ਉਦੋਂ ਫਿਰ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੋ ਜਾਵੇਗੀ, ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ, ਤੇ ਸਾਨੂੰ ਪਰਮਾਤਮਾ ਜੀ ਦੇ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਤੇ ਫਿਰ ਸਾਧ ਸੰਗਤ ਜੀ ਸਾਡਾ ਆਇਆ ਹੋਇਆ ਇੱਥੇ ਸੰਸਾਰ ਦੇ ਵਿੱਚ ਸਫਲ ਹੋ ਜਾਵੇਗਾ। ਫਿਰ ਸਾਨੂੰ ਦੁੱਖਾਂ ਦੇ ਵਿੱਚ ਨਹੀਂ ਪੈਣਾ ਪਵੇਗਾ, ਸਾਨੂੰ ਕਸ਼ਟਾਂ ਦੇ ਵਿੱਚ ਨਹੀਂ ਪੈਣਾ ਪਵੇਗਾ, ਸਾਨੂੰ ਪਰਮਾਤਮਾ ਜੀ ਦੇ ਨਾਮ ਨੂੰ ਜਪ ਕੇ ਮੁਕਤੀ ਪ੍ਰਾਪਤ ਹੋ ਜਾਵੇਗੀ। ਸਾਧ ਸੰਗਤ ਜੀ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਅੰਦਰ ਨਾਮ ਦਾ ਉਪਦੇਸ਼ ਕਰਦੇ ਨੇ ਕਿ ਭਾਈ ਤੂੰ ਪਰਮਾਤਮਾ ਦੇ ਨਾਮ ਨੂੰ ਜਪ। ਇਹ ਜੋ ਸਾਧ ਸੰਗਤ ਜੀ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਨੂੰ ਆਪਾਂ ਸਰਵਣ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸਾਨੂੰ ਨਾਮ ਬਾਣੀ ਦੇ ਨਾਲ ਜੋੜੀ ਰੱਖਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।